ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੁਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੈ ਸੋਇ ਤੇਰਾ ਜੋਰ ਤੇਰੀ ਸਭ ਟੇਕ ਸਦਾ ਸਦਾ ਜਪ ਨਾਨਕ ਏਕ ਸਤਿਨਾਮ ਵਾਹਿਗੁਰੂ ਜੀਓ। ਸੋਰਠ ਮਹੱਲਾ ਨੌਵਾਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਉ ਅਟਲ ਪਇਓ ਧਰੂ ਜਾ ਕੈ ਸਿਮਰਨ ਹਰ ਨਿਰਭੈ ਪਦ ਪਾਇਆ ਦੁਖ ਹਰਤਾ ਏ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਏ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕੈਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਮਹਾਨ ਰਹਿਮਤ ਨੂੰ ਮਾਨਣ ਲਈ ਸਤਿਗੁਰਾਂ ਦੇ ਦਿੱਤੇ ਹੋਏ ਰੱਬੀ ਉਪਦੇਸ਼ ਦੇ ਦਰਸ਼ਨ ਦੀਦਾਰ ਆਪ ਗੁਰੂ ਕੀ ਸੰਗਤ ਨਾਲ ਮਿਲ ਕੇ ਕਰਨ ਦਾ ਯਤਨ ਪ੍ਰਾਰੰਭ ਕੀਤਾ ਹੈ। ਸੋਰਠ ਰਾਗ ਅੰਦਰ ਨਾਵੇਂ ਗੁਰਦੇਵ ਪਿਤਾ ਮਹਾਰਾਜ ਜੀ ਦਾ ਪਵਿੱਤਰ ਬਚਨ 59 ਸ਼ਬਦਾਂ ਵਿੱਚੋਂ 18ਵਾਂ ਇਹ ਸ਼ਬਦ ਹੈ। ਜਿਵੇਂ ਪਹਿਲਾਂ ਗੌੜੀ ਰਾਗ ਅੰਦਰ ਆਸਾ ਵਿੱਚ ਦੇਵ ਗੰਧਾਰੀ ਬਿਖਾਗੜਾ ਤੋਂ ਬਾਅਦ ਸੋਰਠ ਵਿੱਚ
ਇਹ ਬਚਨ ਚੱਲ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਅੱਜ ਸਮਝਾ ਰਹੇ ਨੇ ਜ਼ਿੰਦਗੀ ਦਾ ਉਹ ਰਾਜ ਜਿਹੜੇ ਲੋਕ ਅਣਜਾਣ ਪੁਣੇ ਦੇ ਅੰਦਰ ਭੈੜੀ ਸੰਗਤ ਵਿੱਚ ਬਹਿ ਕੇ ਪਹਿਲਾਂ ਪਾਪਾਂ ਨੂੰ ਕਰ ਬੈਠਦੇ ਨੇ। ਜਦੋਂ ਪਾਪਾਂ ਦਾ ਅੰਤ ਦੁੱਖ ਰੂਪ ਵਿੱਚ ਨਜ਼ਰ ਆਉਂਦਾ ਹੈ ਤਾਂ ਉਹਨਾਂ ਦਾ ਅੰਦਰ ਕੁਰਲਾ ਉੱਠਦਾ ਹੈ। ਪਰ ਉਸ ਵਕਤ ਉਹਨਾਂ ਨੂੰ ਕੀ ਕਰਨਾ ਚਾਹੀਦਾ? ਸਤਿਗੁਰੂ ਜੀ ਅੱਜ ਜਵਾਬ ਦਿੰਦੇ ਨੇ। ਗੁਰੂ ਕੇ ਪਿਆਰਿਓ, ਦੂਸਰਾ ਪੱਖ ਹੈ ਇਸ ਦੁਨੀਆ ਦੇ ਅੰਦਰ ਰਹਿੰਦਿਆਂ, ਕਿਉਂਕਿ ਨਿਰੰਕਾਰ ਦੀ ਰਚਨਾ ਹੈ, ਇਹਦੇ ਵਿੱਚ ਛੋਟੀ ਜਿਹੀ ਜ਼ਿੰਦਗੀ 'ਚ ਬੜੇ ਉਤਰਾਅ ਚੜ੍ਹਾਅ ਆਉਂਦੇ ਹਨ। ਜਿਹੋ ਜਿਹੀ ਸੰਗਤ ਮਿਲ ਜਾਏ ਇਨਸਾਨ ਦੇ ਬਿਲਕੁਲ ਉਸੇ ਤਰ੍ਹਾਂ ਦੇ ਵਿਚਾਰ ਬਣਦੇ ਜਾਂਦੇ ਨੇ। ਜੇ ਕਿਸੇ ਦੇ ਘਰ ਅੰਦਰ ਬਚਪਨ ਤੋਂ ਹੀ ਨਾਮ ਬਾਣੀ ਦਾ, ਸੰਗਤ ਦਾ, ਸਤਿਗੁਰੂ ਜੀ ਦਾ, ਸਿੱਖੀ ਦਾ ਪ੍ਰਭਾਵ ਹੋਵੇ, ਉਸ ਘਰ ਦੇ ਬਾਲ ਬੱਚਿਆਂ ਨੂੰ, ਪੀੜ੍ਹੀਆਂ ਨੂੰ ਵੀ ਉਹੋ ਜਿਹਾ ਮਾਹੌਲ ਮਿਲਦਾ, ਉਹ ਵੀ ਇਸ ਰਾਹ 'ਤੇ ਤੁਰ ਪੈਂਦੇ ਹਨ। ਜਿਨ੍ਹਾਂ ਘਰਾਂ ਦੇ ਅੰਦਰ ਇਹ ਪਾਠ, ਸੇਵਾ, ਸਿਮਰਨ ਦੀ ਅਣਹੋਂਦ ਹੈ, ਕੇਵਲ ਖਾਣਾ ਪੀਣਾ ਅਤੇ ਪੈਸੇ ਕਮਾਉਣ ਲਈ ਸੋਚਣਾ, ਉਹਨਾਂ ਦਾ ਧਿਆਨ ਉੱਧਰ ਹੋਇਆ ਅਤੇ ਉੱਧਰ ਤੁਰ ਪਏ। ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰ ਕਈ ਵਾਰਾਂ ਬਾਹਰੋਂ ਵੀ ਸੰਗਤ ਮਿਲਦੀ, ਕਈ ਵਾਰ ਘਰੋਂ, ਜਿਸ ਨੂੰ ਦੁਨੀਆਦਾਰੀ ਵਿੱਚ ਖਾਣਾ ਪੀਣਾ ਕਿਹਾ ਜਾਂਦਾ ਵੀ ਖਾਂਦਾ ਪੀਂਦਾ ਬੰਦਾ, ਮਤਲਬ ਉਹ ਚੀਜ਼ ਵਰਤਣੀਆਂ ਨਸ਼ੇ ਆਦਿਕ, ਜਿਨ੍ਹਾਂ ਤੋਂ ਦੂਸਰੇ ਪਾਸੇ ਖਾਣ ਵਾਲੀਆਂ ਚੀਜ਼ਾਂ ਤੋਂ ਸਤਿਗੁਰੂ ਪਿਤਾ ਜੀ ਵਰਜਦੇ ਆਏ ਹਨ, ਉਹ ਚੀਜ਼ਾਂ ਖਾਣੀਆਂ। ਤੋ ਬੰਦੇ ਨੂੰ ਜਦੋਂ ਮਾੜੀ ਸੰਗਤ ਮਿਲੇ ਪਾਪ ਕਰ ਬੈਠਦਾ, ਪਾਪਾਂ ਵਿੱਚ ਖਚਿਤ ਹੁੰਦਾ, ਪਾਪਾਂ ਦੇ ਬਾਹਰੋਂ ਇਸ ਨੂੰ ਮਨ ਕਰਕੇ ਵਿਸ਼ੇ ਵਿਕਾਰ ਸਵਾਦ ਚੰਗੇ ਲੱਗਦੇ ਹਨ। ਉਦੋਂ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਨੂੰ ਫਲ ਕੀ ਲੱਗਣਾ। ਇੱਕ ਤਾਂ ਪੱਖ ਗੁਰੂ ਕੇ ਪਿਆਰਿਓ, ਜਦੋਂ ਕੋਈ ਆਦਮੀ ਅੰਤਾਂ ਦੇ ਪਾਪਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਉਸ ਵਕਤ ਉਹ ਕਿਵੇਂ ਬਚ ਸਕਦਾ ਹੈ? ਦੂਸਰਾ ਸਵਾਲ ਹੈ ਅੱਜ ਦਾ। ਗੁਰੂ ਕੇ ਪਿਆਰ ਵਾਲਿਓ, ਜਦੋਂ ਇਸ ਦੁਨੀਆ ਦੇ ਅੰਦਰ ਦੁਨੀਆ ਦੇ ਰਿਸ਼ਤੇਦਾਰ, ਮਿੱਤਰ, ਦੋਸਤ ਤੁਹਾਡਾ ਸਾਥ ਛੱਡ ਜਾਣ, ਘਰ ਦੇ ਜੀਅ ਪਰਿਵਾਰ ਦੇ ਵੀ ਤੁਹਾਡਾ ਸਾਥ ਨਾ ਦੇਣ, ਤੁਹਾਡੇ ਕੋਲ ਅਜੇ ਕੁਛ ਸਮਰੱਥਾ ਵੀ ਨਹੀਂ, ਨਾ ਮਾਇਕ ਪੈਸੇ ਪੱਖੋਂ, ਨਾ ਉਮਰ ਵਿੱਚ ਤੁਸੀਂ ਅਜੇ ਸਿਆਣੇ, ਤਾਂ ਜਦੋਂ ਤੁਹਾਡਾ ਕੋਈ ਸਹਾਰਾ ਨਾ ਰਹਿ ਜੇ ਅਤੇ ਅਜੇ ਮੱਤ ਵੀ ਨਾ ਹੋਵੇ ਦੁਨੀਆ ਵਿੱਚ ਕਿਵੇਂ ਵਿਚਰਨਾ ਹੈ, ਉਦੋਂ ਜਦੋਂ ਦੁਨੀਆ ਸਾਥ ਛੱਡ ਜਾਏ ਤਾਂ ਬੰਦਾ ਕੀ ਕਰੇ? ਦੁਨੀਆ ਵਿੱਚ ਤਾਂ ਜੇਕਰ ਗੁਰੂ ਕੇ ਪਿਆਰਿਓ ਇਹੋ ਜਿਹੀ ਹਾਲਤ ਬਣੇ, ਬੰਦਾ ਰੁਲ ਕੇ ਰਹਿ ਜਾਂਦਾ ਹੈ। ਕੋਈ ਆਤਮ ਹੱਤਿਆ ਕਰ ਲੈਂਦਾ, ਕੋਈ ਗਲੀ ਗਲੀ ਰੁਲਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਆਇਆ ਮਨੁੱਖਤਾ ਦੇ ਪਾਪਾਂ ਨੂੰ ਖਰਨ ਲਈ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਦਾ ਹੀ ਮਨੁੱਖਤਾ ਨੂੰ ਪਾਪਾਂ ਤੋਂ ਕੱਢਣ ਲਈ ਉਪਦੇਸ਼ ਨਹੀਂ ਦਿੰਦੇ, ਬਾਂਹ ਪਕੜ ਕੇ ਕੱਢ ਹੀ ਲੈਂਦੇ ਨੇ। ਜਿਹਦਾ ਦੁਨੀਆ 'ਚ ਕੋਈ ਨਾ ਸਹਾਰਾ ਬਣੇ, ਸਾਹਿਬ ਉਹਦੀ ਬਾਂਹ ਪਕੜਦੇ ਨੇ। ਅੱਜ ਹੁਕਮ ਏ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾਓ। ਅਕਾਲ ਪੁਰਖ ਦੀ ਸ਼ਰਨ ਵਿੱਚ ਕੀ ਆਉਣਾ? ਵਿਚਾਰੋ ਦਾ ਮਤਲਬ ਹੈ ਵਿਚਾਰ ਜਾਣਾ। ਇਸ ਗੱਲ ਨੂੰ ਅੰਦਰ ਬਿਠਾਓ ਭਈ ਆਪਾਂ ਨਿਰੰਕਾਰ ਦਾ ਹੁਣ ਪੱਲਾ ਪਕੜਨਾ ਹੈ। ਪੱਲਾ ਪਕੜਿਆ ਜਾਂਦਾ ਉਹਦਾ ਨਾਮ ਲੈ ਕੇ, ਬੰਦਗੀ ਕਰਕੇ। ਗੁਰੂ ਕੇ ਪਿਆਰਿਓ, ਸਤਿਗੁਰਾਂ ਨੇ ਨਾ ਸਾਡੇ ਸਾਹਮਣੇ ਕਿਰਪਾ ਕਰਕੇ ਅੱਜ ਦੇ ਸ਼ਬਦ ਅੰਦਰ 4 ਹਸਤੀਆਂ ਦੇ ਨਾਂ ਲਏ ਨੇ। ਸਭ ਤੋਂ ਪਹਿਲਾ ਹੁਕਮ ਕੀਤਾ ਨੇ, ਜੇ ਸਿਮਰਤ ਗਨਕਾ ਸੀ ਉਦਰੀ ਤਾਕੂ ਜਸ ਉਰਤਾਰੋ। ਉਦਾਹਰਨ ਦਿੰਦੇ ਨੇ, ਗਨਕਾ ਜਿਹਦਾ ਸਿਮਰਨ ਕਰਕੇ ਤਰ ਗਈ, ਤੁਸੀਂ ਵੀ ਉਸ ਨਿਰੰਕਾਰ ਦਾ ਜਸ ਆਪਣੇ ਹਿਰਦੇ 'ਚ ਧਾਰਨ ਕਰੋ। ਗਨਕਾ ਦਾ ਨਾਮ ਲਿਆ। ਅਗਲੀ ਪੰਕਤੀ ਅੰਦਰ, ਅਟਲ ਭਇਓ ਤਰੂ ਜਾਕੈ ਸਿਮਰਨ, ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈਂ ਕਾਹੀਂ ਬਿਸਰਾਇਆ।
ਦੂਸਰਾ ਧਰੂ ਦਾ ਉਦਾਹਰਨ ਦਿੱਤੀ ਨੇ। ਜਿਵੇਂ ਧਰੂ ਨੂੰ ਅਟਲ ਪਦਵੀ ਮਿਲੀ, ਨਿਰਭੈਤਾ ਦੀ ਪਦਵੀ ਮਿਲੀ, ਜਿਹੜੇ ਰੱਬ ਦਾ ਸਿਮਰਨ ਕਰਕੇ ਉਹਨੂੰ ਆਪਣੇ ਜੀਵਨ ਵਿੱਚ ਲਿਆਓ। ਉਹਨੂੰ ਕਿਉਂ ਵਿਸਾਰਿਆ ਜਿਹੜਾ ਸਾਰੇ ਦੁੱਖ ਦੂਰ ਕਰਦਾ ਹੈ। ਹੁਣ ਮੈਂ ਬੇਨਤੀ ਕਰ ਲੱਗਾ ਗੁਰੂ ਕੇ ਪਿਆਰਿਓ, ਮੈਂ ਚਾਹੁੰਦਾ ਇਹ ਸ਼ਬਦ ਦੇ ਕੇਵਲ ਅੱਖਰੀ ਅਰਥ ਸਾਡੇ ਸਾਹਮਣੇ ਹੋਣ। ਇਹ ਬਚਨ ਬਾਰ-ਬਾਰ ਆਉਣਗੇ ਗਨਕਾ ਦਾ, ਅਜਾਮਲ ਦਾ, ਧਰੂ ਜੀ ਦਾ। ਅਗਲੀ ਪੰਕਤੀ ਵਿੱਚ ਬੱਚੇ ਨੇ ਜਬ ਕੀ ਸ਼ਰਨ ਗਖੀ ਕਿਰਪਾ ਨਿਧ, ਗੱਜ ਗਰਾਹ ਤੇ ਛੋਟਾ। ਗੱਜ ਕਹਿੰਦੇ ਖਾਥੀ ਨੂੰ। ਜਦੋਂ ਖਾਥੀ ਨੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦੀ ਖਜ਼ਾਨੇ ਦੀ ਸ਼ਰਨ ਲਈ, ਉਹ ਵੀ ਤੰਦੂਏ ਤੋਂ ਛੁੱਟ ਗਿਆ। ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੋਟਾ। ਨਾਮ ਦੀ ਮਹਿਮਾ ਕਿੰਨੀ ਕੁ ਕਰੀਏ, ਉਹਦੇ ਬੰਧਨ ਟੁੱਟ ਗਏ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਤੇ ਹੁਣ ਚੌਥਾ ਅਜਾਮਲ ਪਾਪੀ ਕਹਿੰਦੇ ਸਾਰਾ ਜਗਤ ਜਾਣਦਾ ਕਿਵੇਂ ਪਹਿਲਾਂ ਪਾਪਾਂ ਦਾ ਜੀਵਨ ਸੀ ਤੇ ਹੁਣ ਉਸ ਨੇ ਨਿਮਖ ਵਿੱਚ ਹੀ ਜਦੋਂ ਬੰਦਗੀ ਕੀਤੀ ਤੇ ਤਰ ਗਿਆ। ਹੁਣ ਜਰਾ ਇਸ ਸ਼ਬਦ ਨੂੰ ਸਾਹਮਣੇ ਰੱਖ ਕੇ ਥੋੜ੍ਹਾ ਇਸ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ। ਸਤ ਸੰਗਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਜ ਦੇ ਬਚਨ ਤੋਂ ਜੋ ਉਪਦੇਸ਼ ਮਿਲ ਰਿਹਾ ਇੱਕ ਹੈ, ਜ਼ਿੰਦਗੀ ਦੇ ਅੰਦਰ ਇੱਕ ਤਾਂ ਰੱਬ ਦੀ ਸ਼ਰਨ ਵਿੱਚ ਆ ਜਾਓ, ਨਿਰੰਕਾਰ ਦਾ ਪੱਲਾ ਪਕੜਨਾ। ਤੇ ਜੇਕਰ ਸਿੱਧਾ ਕੋਈ ਬੰਦਾ ਵਾਹਿਗੁਰੂ ਵਾਹਿਗੁਰੂ ਕਰੇ ਵੀ ਤਾਂ ਉਹਦੇ ਅੰਦਰ ਹੌਸਲਾ ਨਹੀਂ ਪੈਂਦਾ ਵੀ ਮੇਰੇ ਵਰਗਾ ਪਾਪੀ ਬਖਸ਼ਿਆ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਮੇਸ਼ਾ ਜ਼ਿੰਦਗੀ ਦੇ ਅੰਦਰ ਉਹਨਾਂ ਲੋਕਾਂ ਨੂੰ ਸਾਹਮਣੇ ਰੱਖੋ ਜਿਹੜੇ ਇਸ ਭਵਸਾਗਰ ਤੋਂ ਪਾਰ ਹੋ ਗਏ, ਜਿਨ੍ਹਾਂ ਬੰਦਗੀ ਕੀਤੀ, ਜਿਨ੍ਹਾਂ ਨੇ ਉਹਦਾ ਲੜ ਪਕੜਿਆ, ਉਹਨਾਂ ਦੀਆਂ ਉਦਾਹਰਨਾਂ ਸਾਹਮਣੇ ਰੱਖੋ। ਪਰ ਬਦਕਿਸਮਤੀ ਹੈ, ਬੰਦੇ ਨੇ ਜਦੋਂ ਦੁਨਿਆਵੀ ਧਨ ਦੌਲਤ ਕਮਾਉਣਾ ਹੋਵੇ ਤੇ ਹਮੇਸ਼ਾ ਬਾਲ ਬੱਚੇ ਅਤੇ ਵਿਦਿਆਰਥੀਆਂ ਨੂੰ ਉਦਾਹਰਨ ਦਿੰਦੇ ਹਨ, ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ ਵੀ ਉਹ ਕੱਲ੍ਹ ਗਰੀਬ ਸਨ, ਸਾਲਾਂ ਵਿੱਚ ਕਿਵੇਂ ਅਮੀਰ ਹੋ ਗਿਆ। ਫਲਾਣਾ ਆਦਮੀ ਕਿਵੇਂ ਰੁਲਦਾ ਫਿਰਦਾ ਸੀ, ਉਹਨੇ ਦੇਖੋ ਕਿੰਨੀ ਸ਼ੋਹਰਤ ਕਮਾ ਲਈ, ਉਹ ਰਾਜਨੀਤਿਕ ਆਗੂ ਬਣ ਗਿਆ। ਬਾਹਰੋਂ ਜਿਹੜਾ ਧਨ ਕਰਕੇ ਅੱਗੇ ਲੰਘ ਗਿਆ, ਉਸ ਦੀ ਉਦਾਹਰਨ ਦਿੱਤੀ ਜਾਂਦੀ ਹੈ। ਗੁਰੂ ਕੇ ਪਿਆਰਿਓ, ਪਰ ਧਰਮ ਦੀ ਦੁਨੀਆ ਵਿੱਚ ਹਮੇਸ਼ਾ ਜਦੋਂ ਅਣਜਾਣ ਪੁਣੇ ਵਿੱਚ ਇੱਧਰ ਕੋਈ ਤੁਰਨ ਲੱਗੇ, ਉਹਦੇ ਸਾਹਮਣੇ ਇਹੋ ਜਿਹੀ ਉਦਾਹਰਨਾਂ ਲੋਕ ਦਿੰਦੇ ਜਿਹੜੇ ਧਰਮ ਦਾ ਬਾਣਾ ਪਾ ਕੇ ਡੋਲ ਗਏ, ਜਾਂ ਜਿਹੜੇ ਰੱਬ ਦੇ ਰਾਹ 'ਤੇ ਤੁਰੇ ਤੇ ਰਸਤੇ ਵਿੱਚ ਹੀ ਰਹਿ ਗਏ। ਡੋਲਿਆਂ ਦੀ ਕਹਾਣੀ ਤੇ ਉਦਾਹਰਨ ਦਿੰਦੇ ਹਾਂ। ਜਦੋਂ ਕਿ ਪਿਆਰਿਓ ਸਾਡਾ ਸਿਧਾਂਤ ਬੜਾ ਪਿਆਰਾ ਜੇ। ਸਾਹਿਬ ਗੁਰੂ ਰਾਮਦਾਸ ਪਿਤਾ ਜੀ ਦਾ ਹੁਕਮ ਹੈ, 2 ਵਕਤ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਚੇਤਾ ਕਰਾਉਂਦੇ, ਉਤਸ਼ਾਹ ਦਿੰਦੇ ਭਈ ਤੁਸੀਂ ਉਹਨਾਂ ਭਗਤਾਂ ਨੂੰ ਚੇਤਾ ਕਰੋ ਜਿਹੜੇ ਭਗਤਾਂ ਨੇ ਪਹਿਲਾਂ ਉਹਨਾਂ ਦੀ ਜ਼ਿੰਦਗੀ ਕਿਤਨੀ ਆਮ ਲੋਕਾਂ ਵਰਗੀ ਸੀ, ਕਿੱਥੋਂ ਸ਼ੁਰੂ ਹੋਏ ਤੇ ਕਿੱਥੇ ਬੰਦਗੀ ਕਰਕੇ ਉਹ ਪਹੁੰਚ ਗਏ। ਰੋਜ਼ ਪੜ੍ਹਦੇ ਆ ਨਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਿੱਡਾ ਵੱਡਾ ਹੌਸਲਾ, ਹਰੇਕ ਯੁੱਗ ਵਿੱਚ ਭਗਤੀ ਵਾਲੇ ਭਗਤ ਪੈਦਾ ਹੁੰਦੇ ਆਏ। ਉਹਨਾਂ ਦੀ ਪੈਜ ਰੱਖੀ ਸੀ ਨਿਰੰਕਾਰ ਨੇ। ਮਨਾ ਤੂੰ ਇਸ ਰਾਹ 'ਤੇ ਤੁਰ, ਆਪਣੇ ਮਨ ਨੂੰ ਵੀ ਉਦਾਹਰਨਾਂ ਇਹੋ ਜਿਹੀਆਂ ਸਾਹਮਣੇ ਰੱਖੀਏ ਤੇ ਆਲੇ ਦੁਆਲੇ ਤੋਂ ਵੀ ਇਹੋ ਇਕੱਠੀਆਂ ਕਰੀਏ। ਕਹਿੰਦੇ ਹਰਨਾਕਸ਼ ਦੁਸ਼ਟ ਖਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਕਿੱਡਾ ਵੱਡਾ ਸੀ, ਪ੍ਰਹਿਲਾਦ ਉਹਦੇ ਸਾਹਮਣੇ ਕੱਖ ਵੀ ਨਹੀਂ ਸੀ, ਪਰ ਵਾਹਿਗੁਰੂ ਨੇ ਪ੍ਰਹਿਲਾਦ ਦੀ ਲਾਜ ਰੱਖੀ। ਹਰਨਾਕਸ਼ ਦੁਸ਼ਟ ਨੂੰ ਮਾਰਿਆ। ਮਨਾ ਤੂੰ ਆਪਣੇ ਆਪ ਨੂੰ ਛੋਟਾ ਨਾ ਸਮਝ। ਪ੍ਰਹਿਲਾਦ ਵੱਲ ਵੇਖ, ਅਜੇ 5 ਸਾਲ ਦੀ ਉਮਰ ਤੇ ਕਿੱਡੀ ਵੱਡੀ ਤਾਕਤ ਨਾਲ ਉਹਨੇ ਟੱਕਰ ਲੈ ਲਈ ਤੇ ਨਿਰੰਕਾਰ ਨੇ ਉਹਦੀ ਰਾਖੀ ਕੀਤੀ। ਜੇ ਕਿ ਤੂੰ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝ। ਜਿਹੜਾ ਨਿਰੰਕਾਰ ਨਾਲ ਜੁੜ ਗਿਆ ਨਾ, ਗੁਰੂ ਨਾਨਕ ਸਾਹਿਬ ਨਾਲ ਜੁੜ ਗਿਆ, ਜਿਹਦੇ ਮਗਰ ਉਹ ਇਸ ਖੰਡਾਂ ਬ੍ਰਹਿਮੰਡਾਂ ਦਾ ਸ੍ਰਿਸ਼ਟੀ ਦਾ ਮਾਲਕ ਖਲੋਤਾ ਹੈ, ਸਾਹਿਬ ਕਹਿੰਦੇ ਉਹ ਕਦੇ ਛੋਟਾ ਹੁੰਦਾ ਹੀ ਨਹੀਂ। ਉਹਦੇ ਨਾਲ ਏਡੀ ਵੱਡੀ ਤਾਕਤ ਖਲੋਤੀ ਹੈ, ਇਕੱਲਾ ਉਹ ਹੀ ਖਲੋਏਗਾ। ਦੁਨੀਆ ਦੀ ਤਾਕਤ ਤਾਂ ਦੁੱਖ ਵੇਲੇ ਕੋਈ ਖਲੋਂਦਾ ਹੀ ਨਹੀਂ, ਉਹ ਤਾਂ ਸੁੱਖ ਵੇਲੇ ਖੜਨਗੇ ਨਾਲ, ਦੁੱਖ ਵੇਲੇ ਕੇਵਲ ਮੇਰਾ ਨਿਰੰਕਾਰ ਖਲੋਂਦਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਆਪਾਂ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਸਵੇਰੇ ਆਸਾ ਦੀ ਵਾਰ ਦਾ ਭੋਗ ਪਵੇ ਤਾਂ ਵੀ ਇਹ ਸ਼ਬਦ,
ਸ਼ਾਮੀ ਰਹਿਰਾਸ ਸ਼ੁਰੂ ਕਰੀਏ ਤੇ ਸ਼ੁਰੂਆਤ ਹੀ ਇੱਥੋਂ ਹੁੰਦੀ ਏ ਵੀ ਪਾਠ ਕਰਨ ਲੱਗੇ ਹਾਂ ਉਸ ਤੋਂ ਪਹਿਲਾਂ ਇਹ ਕੁਝ ਸ਼ਬਦ ਵੱਖ-ਵੱਖ ਸਮੇਂ ਜੋੜੇ ਗਏ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੋਦਰ ਰਾਗ ਆਸਾ ਮਹੱਲਾ ਪਹਿਲਾ ਤੋਂ ਰਹਿਰਾਸ ਸ਼ੁਰੂ ਹੁੰਦੀ ਹੈ। ਪਰ ਗੁਰੂ ਕੇ ਪਿਆਰਿਓ, ਤੁਸੀਂ ਵੇਖੋਗੇ ਹਰਿਮੰਦਰ ਸਾਹਿਬ ਤਖਤਾਂ ਤੇ ਸਿੰਘ ਸਭਾਵਾਂ ਵਿੱਚ ਜਦੋਂ ਗੁਰੂ ਕੇ ਕੀਰਤਨੀ ਕੀਰਤਨ ਆਰੰਭ ਕਰਦੇ, ਪਹਿਲਾ ਖਰ ਜੁਗ ਜੁਗ ਭਗਤ ਉਪਾਏ ਆ ਸ਼ਬਦ ਨੂੰ ਗਾਉਂਦੇ ਨੇ। ਸ਼ਲੋਕ ਨੂੰ ਇੱਕ ਸੱਜਣ ਕੱਲਾ ਗਾਉਂਦਾ ਹੈ, ਫਿਰ ਉਸ ਤੋਂ ਬਾਅਦ ਸੋਦਰ ਦੀ ਪੌੜੀ ਨੂੰ ਰਾਗਾਂ ਵਿੱਚ ਪਾ ਕੇ ਗਾਇਆ ਜਾਂਦਾ ਹੈ। ਫਿਰ ਪਾਠੀ ਸਿੰਘ ਸੁਣ ਵੱਡਾ ਆਖੈ ਸਭ ਕੋਏ ਤੋਂ ਪਾਠ ਸ਼ੁਰੂ ਕਰਦਾ ਹੈ। ਮੈਂ ਬੇਨਤੀ ਕਰ ਰਿਹਾ, ਸਾਹਿਬ ਕਹਿੰਦੇ ਨਾਮਦੇਵ ਦੇ ਸਾਹਮਣੇ ਕਿੱਡੀ ਵੱਡੀ ਹਕੂਮਤ ਸੀ, ਅੰਕਾਰੀ ਖੋਈ। ਨਾਮਦੇਵ ਕੋਲ ਕੋਈ ਕਿਸੇ ਬੰਦੇ ਦਾ ਸਹਾਰਾ ਨਹੀਂ, ਕੱਲਾ ਹੈ। ਪਰ ਦੂਜੇ ਪਾਸੇ ਸਾਰੀ ਤਾਕਤ ਦੇਸ਼ ਦੀ ਪਰ ਜਿੱਤ ਕੀਤੀ ਹੋਈ ਭਗਤ ਨਾਮਦੇਵ ਦੀ। ਸਾਹਿਬ ਕਹਿੰਦੇ ਜਨ ਨਾਨਕ ਐਸਾ ਰਸੇਵਿਆ ਅੰਤ ਲੈ ਛਡਾਇਆ, ਉਹਦਾ ਪੱਲਾ ਪਕੜੋ। ਬਾਬਾ ਫਰੀਦ ਸਾਹਿਬ ਜੀ ਤਾਂ ਬਹੁਤ ਪਿਆਰਾ ਬਚਨ ਸਮਝਾਉਂਦੇ ਨੇ, ਕਹਿੰਦੇ ਸ਼ੈ ਲੰਘੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਕਹਿੰਦੇ ਜੇ ਕੋਈ ਦਰਿਆ ਪਾਰ ਕਰਨਾ ਖੋਵੇ, ਤੁਹਾਡੇ 'ਚ ਹਿੰਮਤ ਨਹੀਂ ਪਈ ਦਰਿਆ ਇਤਨਾ ਗਹਿਰਾ ਹੀ ਵੀ ਮੈਂ ਇਹਨੂੰ ਪਾਰ ਕਰ ਲਵਾਂਗਾ ਕਿ ਨਹੀਂ ਕਰ ਸਕਾਂਗਾ। ਤੇ ਗੁਰੂ ਕੇ ਪਿਆਰਿਓ, ਜਦੋਂ ਉਹ ਪਾਰ ਨਹੀਂ ਖੋਣਾ, ਸਾਡਾ ਹੌਸਲਾ ਨਹੀਂ ਪੈਂਦਾ। ਜੇ ਕੋਈ ਨੌਜਵਾਨ 2-4 ਸਾਡੇ ਸਾਹਮਣੇ ਉਹ ਤੈਰ ਕੇ ਪਾਰ ਲੰਘ ਜਾਣ ਤੇ ਤੁਸੀਂ ਵੇਖੋਗੇ ਹੌਸਲਾ ਬਣ ਜਾਂਦਾ ਵੀ ਆਪਾਂ ਵੀ ਲੰਘ ਸਕਦੇ ਹਾਂ ਜੇਕਰ ਉਹ ਲੰਘ ਗਿਆ ਹੈ। ਬਹੁਤ ਪਿਆਰੇ ਬੱਚੇ ਨੇ, ਸ਼ੈਲ ਲੰਘੰਦੇ ਪਾਰ ਨੌਜਵਾਨ ਲੰਘ ਗਏ, ਗੋਰੀ ਮਨ ਧੀਰਿਆ। ਜਿਨ੍ਹਾਂ ਕੋਲ ਘੱਟ ਹੌਸਲਾ ਉਹਨਾਂ ਦੇ ਮਨ ਨੂੰ ਵੀ ਧੀਰਜ ਆਉਂਦਾ ਹੈ। ਸ਼ਲੋਕ 12 ਤੇ ਵਧੇਕ ਵਿੱਚ ਇੱਕ ਬਚਨ ਹੈ। ਮੈਂ ਬੇਨਤੀ ਕਰ ਰਿਹਾ ਵਾਂ, ਅੱਜ ਦੇ ਬਚਨ ਅੰਦਰ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਨੇ। ਉਦਾਹਰਨਾਂ ਕਿਹਨਾਂ ਦੀਆਂ? ਜਿਹੜੇ ਕਦੇ ਪਾਪੀ ਸਨ, ਬੰਦਗੀ ਕੀਤੀ ਤੇ ਉਹ ਪਾਰ ਲੰਘ ਗਏ। ਤੇ ਕਹਿੰਦੇ ਮਨਾ ਤੂੰ ਕਿਉਂ ਨਿਰਾਸ਼ ਹੋ ਕੇ ਬਹਿ ਗਿਆ ਵੀ ਮੇਰੇ ਕੋਲ ਪਾਪ ਹੋ ਗਏ। ਜਿਹੜੇ ਪਾਪ ਹੋ ਗਏ ਉਹ ਮਾੜਾ ਸਮਾਂ ਸੀ। ਜੇ ਅੱਜ ਤੋਂ ਹੀ ਰੱਬ ਦੀ ਸ਼ਰਨ ਲੈ ਕੇ ਅੱਗਾ ਸਵਾਰਨਾ ਚਾਹੀਏ ਤੇ ਅਵਸ਼ ਸਵਾਰ ਸਕਦੇ ਹਾਂ। ਪਰ ਦੁਨੀਆ ਵੀ ਕਹਿੰਦੀ ਹੈ ਨਹੀਂ ਨਹੀਂ, ਇੰਨੇ ਪਾਪਾਂ ਤੋਂ ਬਾਅਦ ਥੋੜ੍ਹਾ ਕੋਈ ਪਾਰ ਹੋਏਗਾ। 100 ਚੂਹੇ ਖਾ ਕੇ ਬਿੱਲੀ ਖੱਜ ਕਰਨ ਚੱਲੀ। ਨਹੀਂ ਪਿਆਰੇ, ਦੁਨੀਆ ਦੀ ਬੋਲੀ। ਸਤਿਗੁਰੂ ਕੁਝ ਹੋਰ ਕਹਿ ਰਹੇ ਨੇ, ਕਹਿੰਦੇ ਜਦੋਂ ਸੋਝੀ ਪੈ ਜਾਵੇ ਮੈਂ ਪਾਪ ਕਰ ਲਏ ਨੇ, ਇਹ ਰਸਤਾ ਮਾੜਾ ਏ, ਇਹਦੇ ਨਾਲ ਬੇਇੱਜ਼ਤੀ ਹੈ, ਜਨਮ ਮਰਨ ਦਾ ਗੇੜ ਏ। ਇੱਕਦਮ ਫੈਸਲਾ ਕਰਕੇ ਇਹ ਨਾ ਵੇਖੋ ਮੇਰੀ ਕਿੰਨੀ ਉਮਰ ਏ, ਭਾਵੇਂ ਬੁਢਾਪੇ ਤੱਕ ਕਿਉਂ ਨਾ ਪਹੁੰਚ ਜਾਏ ਆਦਮੀ, ਜਦੋਂ ਹੀ ਸੋਝੀ ਆਵੇ ਉਸੇ ਵਕਤ ਉਸ ਰਸਤੇ ਨੂੰ ਛੱਡ ਕੇ ਨਿਰੰਕਾਰ ਦੀ ਸ਼ਰਨ ਲੈ ਲਵੇ। ਨਿਰੰਕਾਰ ਸਾਲ ਨਹੀਂ ਵੇਂਦਾ, ਨਿਰੰਕਾਰ ਨੇ ਵੇਖਣਾ ਹੁਣ ਕਿੰਨਾ ਕੁ ਅੰਦਰੋਂ ਡਿੱਗ ਪਿਆ ਇਸ ਚਰਨਾਂ 'ਚ ਆ ਕੇ। ਹਾਂ, ਉਹ ਤਾਂ ਵੱਖਰੀ ਗੱਲ ਜੇ ਬੰਦਾ ਕਦੇ ਮਾਫੀ ਮੰਗ ਲਈ, ਕਦੇ ਫਿਰ ਪਾਪਾਂ 'ਚ ਪੈ ਗਿਆ। ਨਹੀਂ, ਸਾਹਿਬ ਅੱਜ ਦਾ ਬਚਨ ਸ਼ਲੋਕ 12 ਤੇ ਵਧੇਕ ਵਿੱਚ ਇੱਕ ਬੱਚਾ ਨੇ, ਕਹਿੰਦੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕੱਲ 1410 ਅੰਗ ਤੇ ਸ਼ਬਦ ਏ। ਕਦੇ ਦਰਸ਼ਨ ਕਰਨਾ, ਸਾਹਿਬ ਕਹਿੰਦੇ ਜਦੋਂ ਤਰਨਾ ਚਾਹੁੰਦਾ ਹੈ ਨਾ, ਤੇ ਜਿਹੜੇ ਪਾਣੀਆਂ ਨੂੰ ਤਰਦੇ ਨੇ ਉਹਨਾਂ ਨੂੰ ਪੁੱਛ ਜਾ ਕੇ, ਜਿਨ੍ਹਾਂ ਨੂੰ ਤਰਨ ਦਾ ਹੁਨਰ ਏ, ਬੰਦਗੀ ਕਰਨੀ ਏ, ਰੱਬ ਦੀ ਸ਼ਰਨ ਲੈਣੀ। ਤੇ ਕਹਿੰਦੇ ਉਹਨਾਂ ਕੋਲ ਬੈਠ ਜਿਨ੍ਹਾਂ ਨੇ ਬੰਦਗੀ ਕਰਕੇ ਵੇਖੀ ਏ, ਤੂੰ ਉਹਨਾਂ ਦੇ ਕੋਲ ਪੁੱਛ, ਉਹਨਾਂ ਨੂੰ ਜਾ ਕੇ ਜੀ ਤੁਹਾਡਾ ਵੀ ਜੀਵਨ ਕਦੇ ਮਾੜਾ ਸੀ, ਅੱਜ ਇਤਨੇ ਚੰਗੇ ਹੋ ਗਏ, ਮੈਨੂੰ ਦੱਸੋ। ਕਹਿੰਦੇ ਤਾਹੂੰ ਖਰੇ ਸੁਜਾਨ ਵੰਝਾਂ ਇੰਨੀ ਕਪਰੀ। ਜਿਹੜੀਆਂ ਲਹਿਰਾਂ ਨੇ ਦੁਨੀਆ ਦੇ ਅੰਦਰ ਵਿਕਾਰਾਂ ਦੀਆਂ, ਮਨ ਵਿੱਚੋਂ ਉੱਠਦਾ ਕਿੰਨਾ ਕੁਛ। ਕਹਿੰਦੇ ਸਿਆਣੇ ਬੰਦੇ ਉਹ ਨੇ ਜਿਹੜੇ ਇਹਨਾਂ ਲਹਿਰਾਂ ਦੇ ਵਿੱਚੋਂ ਦੀ ਲੰਘ ਜਾਣ। ਕਹਿਣ ਤੋਂ ਮੁਰਾਦ ਜਦੋਂ ਕੋਈ ਜਿਹੜੇ ਤਰ ਗਏ ਨੇ, ਜਿਨ੍ਹਾਂ ਨੂੰ ਹੁਨਰ ਹੈ ਵੀ ਕਿਵੇਂ ਲੰਘਣਾ, ਉਹ ਲੰਘੇ ਨੇ, ਉਹ ਜਦੋਂ ਉਪਦੇਸ਼ ਕਰਦੇ ਤੇ ਇੱਕਦਮ ਹੌਸਲਾ ਬਣਦਾ ਹੈ। ਗੁਰੂ ਕੇ ਪਿਆਰਿਓ, ਕਈ ਵਾਰ ਬੰਦਾ ਸੋਚਦਾ ਹੈ ਵੀ ਮੈਨੂੰ ਉਹਨਾਂ ਤਰਨ ਵਾਲਿਆਂ ਦੀ ਲੋੜ ਨਹੀਂ, ਆਪੇ ਤੁਰਾਂਗੇ। ਮਨ ਬੜਾ ਸ਼ਕਤੀਸ਼ਾਲੀ ਹੈ। ਇਸ ਰਾਹ 'ਤੇ ਜਦੋਂ ਕੋਈ ਪਾਪ
ਪਾਪਾਂ ਦੀ ਦੁਨੀਆ 'ਚੋਂ ਰੱਬ ਦੇ ਰਾਹ 'ਤੇ ਪੈ ਛਕ ਲਵੇ, ਪਾਠ ਵੀ ਕਰਨਾ ਸ਼ੁਰੂ ਕਰ ਦੇਵੇ, ਜੇ ਉਸ ਨੂੰ ਉੱਚਿਆਂ ਦੀ ਸੰਗਤ ਨਹੀਂ ਮਿਲੀ ਉਹ ਕਿਸੇ ਵਕਤ ਵੀ ਡੋਲੇਗਾ, ਕਿਉਂਕਿ ਮਨ ਦੇ ਸੰਸਕਾਰ ਜਿਹੜੇ ਪਿੱਛੋਂ ਲੈ ਕੇ ਆਇਆ ਅਜੇ ਨਾਲ ਨੇ। ਉਹਨਾਂ ਲਈ ਪਿਆਰਿਓ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਆਪਣੇ ਸਾਹਮਣੇ ਜਿਹੜੇ ਤਰ ਗਏ ਉਹਨਾਂ ਨੂੰ, ਤਰਨ ਤੋਂ ਭਾਵ ਜਿਹੜੇ ਰੰਗ ਰੱਤੇ ਗਏ, ਜਿਹੜੇ ਸਤਿਗੁਰੂ ਦੀ ਮਿਹਰ ਨੂੰ ਮਾਣ ਰਹੇ ਨੇ, ਉਹਨਾਂ ਦੀ ਉਦਾਹਰਨ ਸਾਹਮਣੇ ਰੱਖ ਕੇ ਤੁਰੇ ਚੱਲੋ, ਕਦੇ ਹੌਸਲਾ ਨਹੀਂ ਹਾਰੋਗੇ। ਚੜ ਝੱਖੜ ਉਖਾੜ ਲਹਿਰੀ ਵੈਨ ਲਖੇਸਰੀ, ਲੱਖਾਂ ਹੀ ਝੱਖੜ ਪਿਆਰਿਓ ਲੱਖਾਂ ਝੜੀਆਂ ਲਹਿਰਾਂ ਉੱਠਦੀਆਂ ਨੇ, ਉਜਾੜ ਇੱਥੇ ਹੜ੍ਹਾਂ ਦੇ ਹੜ੍ਹ ਆਏ ਪਏ ਵਿਕਾਰਾਂ ਦੇ, ਪਰ ਇਹਦੇ 'ਚੋਂ ਸਤਿਗੁਰ ਸਿਉ ਅਲਾਏ ਬੇੜੇ ਡੁੱਬਣ ਨਾਹੀਂ ਭਉ। ਜੇ ਸਤਿਗੁਰੂ ਦਾ ਪੱਲਾ ਪਕੜੀਏ ਉਹ ਵਸ਼ ਧਾਰਦੇ ਨੇ। ਤੋ ਮੈਂ ਬੇਨਤੀ ਕਰਾਂ, ਆਪਾਂ ਵੇਖਦੇ ਹਾਂ ਭਗਤ ਧੰਨਾ ਜੀ ਨੇ ਕੀ ਕੀਤਾ, 4 ਮਹਾਂਪੁਰਖਾਂ ਦੀਆਂ ਉਹਨਾਂ ਨੇ ਬਚਨ ਸੁਣੇ, ਭਗਤ ਕਬੀਰ ਸਾਹਿਬ ਜੀ ਦੇ, ਭਗਤ ਰਵਿਦਾਸ ਜੀ ਦੇ, ਭਗਤ ਨਾਮਦੇਵ ਜੀ ਤੇ ਭਗਤ ਸੈਣ ਜੀ। ਸੁਣਦੇ ਗਏ ਜਦੋਂ ਗੁਰਮੁਖਾਂ ਦੀਆਂ ਪਿਆਰਿਆਂ ਦੀਆਂ ਉੱਚੀਆਂ ਦੀਆਂ ਕਹਾਣੀਆਂ ਪੜ੍ਹੀਏ ਸੁਣੀਏ, ਜਿਹੜੇ ਵਕਤ ਇਸ ਵਕਤ ਵਰਤਮਾਨ ਵਿੱਚ ਹੋਣ ਸਾਡੇ ਸਾਹਮਣੇ, ਉਹਨਾਂ ਨੂੰ ਮਿਲੀਏ, ਉਹਨਾਂ ਕੋਲ ਬੈਠੀਏ ਅਤੇ ਜ਼ਿੰਦਗੀ ਦੇ ਅੰਦਰ ਰੱਬ ਦੇ ਨੇੜੇ ਹੋਣ ਦਾ ਇੱਕ ਨਵਾਂ ਉਤਸ਼ਾਹ ਬਣਦਾ ਹੈ। ਗੁਰੂ ਕੇ ਪਿਆਰਿਓ, ਕਦੇ ਨਾ ਭਾਈ ਵੀਰ ਸਿੰਘ ਹੋਰਾਂ ਨੇ ਕੌਮ ਦਾ ਦਰਦ ਲੈ ਕੇ ਕਲਮ ਚੁੱਕੀ ਸੀ। ਕਲਮ ਚੁੱਕਣ ਦਾ ਵੱਖਰਾ ਵੱਖਰਾ ਨਿਸ਼ਾਨਾ ਹੁੰਦਾ ਹੈ। ਕਈ ਕਲਮਾਂ ਕੇਵਲ ਇਸ ਕਰਕੇ ਚੁੱਕੀਆਂ ਜਾਂਦੀਆਂ ਨੇ ਭਈ ਦੁਨੀਆ ਵਿੱਚ ਸਾਹਿਤ ਵਿੱਚ ਆਪਣਾ ਨਾਂ ਕਾਇਮ ਕਰਨਾ ਹੈ, ਪਰ ਇੱਕ ਉਹ ਕਲਮ ਚੱਲਦੀ ਹੈ ਜਿਹਦੇ ਵਿੱਚ ਹਮਦਰਦੀ ਹੈ, ਕੌਮ ਨੂੰ ਜਗਾਉਣਾ ਹੈ, ਦੇਸ਼ ਦੇ ਅੰਦਰ ਇੱਕ ਨਵੀਂ ਰੂਹ ਫੂਕਣੀ ਹੈ ਪਿਆਰ ਦੀ। ਭਾਈ ਵੀਰ ਸਿੰਘ ਜੀ ਦੀ ਜਦੋਂ ਕਲਮ ਚੱਲੀ ਤੇ ਹਮਦਰਦੀ ਤੇ ਪਿਆਰਾਂ 'ਚੋਂ ਉਹਨਾਂ ਨੇ ਵੇਖਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੇ ਕਲਗੀਆਂ ਵਾਲੇ ਦੇ ਬੱਚੇ ਅਖਵਾਉਣ ਵਾਲੇ ਭੈੜੀ ਸੰਗਤ ਵਿੱਚ ਪੈ ਧਰਮ ਨੂੰ ਛੱਡ ਕੇ ਦੂਸਰੇ ਪਾਸੇ ਤੁਰੇ ਜਾ ਰਹੇ। ਤਾਂ ਉਹਨਾਂ ਨੇ ਕੁਛ ਪਹਿਲਾਂ ਨਾਵਲ ਲਿਖੇ, ਸੁੰਦਰੀ, ਸਤਵੰਤ ਕੌਰ, ਵਿਜੇ ਸਿੰਘ, ਛੋਟੀ ਛੋਟੀ ਕਿਤਾਬਾਂ ਨੇ, ਮੌਕਾ ਬਣੇ ਤੇ ਜ਼ਰੂਰ ਪੜ੍ਹੋ। ਜਦੋਂ ਕਿਤਾਬ ਕੋਈ ਪੜ੍ਹਦਾ ਸੀ ਪਿਆਰਿਓ, ਉਹਦੇ 'ਚ ਉਹਨਾਂ ਨੇ ਸਿੱਖੀ ਕਰੈਕਟਰ ਨੂੰ ਬਿਆਨ ਕੀਤਾ ਹੈ। ਸੁੰਦਰੀ ਇੱਕ ਔਰਤ ਸਿੱਖ ਬੱਚੀ, ਕਿਵੇਂ ਉਹ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਸਿੱਖੀ ਸਿਦਕ ਕਾਇਮ ਕਰਦੀ। ਵਿਜੇ ਸਿੰਘ ਵਿੱਚ ਇੱਕ ਨੌਜਵਾਨ ਕਿਵੇਂ ਵੱਖ-ਵੱਖ ਮਾੜੇ ਹਾਲਾਤਾਂ ਵਿੱਚੋਂ ਨਿਕਲ ਕੇ ਜ਼ਿੰਦਗੀ 'ਚ ਕਾਮਯਾਬ ਹੁੰਦਾ, ਸਿੱਖੀ ਬਚਾਈ। ਵਾਕਈ ਉਹ ਕਿਤਾਬਾਂ ਪੜ੍ਹ ਕੇ ਗੁਰੂ ਕੇ ਪਿਆਰਿਓ, ਕਦੇ ਮੈਂ ਆਪ ਖੰਡਾਈ ਇਹ ਗੱਲ ਪਿਆਰਿਓ, ਸੁੰਦਰੀ ਕਿਤਾਬ ਪੜ੍ਹਨ ਤੋਂ ਪਹਿਲਾਂ ਨਿਤਨੇਮ ਕਰਨਾ ਸੀਗਾ। ਜਦੋਂ ਉਹ ਪੜ੍ਹੀ ਤੇ ਇੰਨਾ ਉਤਸ਼ਾਹ ਬਣਿਆ, ਜੀ ਕਰਦਾ ਸੀ ਜਪਜੀ ਸਾਹਿਬ ਦੇ ਪਾਠ ਕਰੀ ਚੱਲੀਏ, ਵੀ ਕਦੇ 51 ਹੋਣ, ਕਦੇ ਵੱਧ ਹੋਣ, ਅੰਦਰ ਇੱਕ ਪਾਠ ਕਰਨ ਦਾ ਇੰਨਾ ਉਤਸ਼ਾਹ ਵੀ ਸਿੱਖੀ ਇਹੋ ਜਿਹੀ ਹੈ। ਜਦੋਂ ਆਪਾਂ ਕਿਸੇ ਸਿੱਖੀ ਕਰੈਕਟਰ ਨੂੰ, ਆਚਰਣ ਨੂੰ ਵੇਖਦੇ ਹਾਂ ਤੇ ਉਤਸ਼ਾਹ ਬਣਦਾ ਹੈ। ਸੰਤ ਬਾਬਾ ਤੇਜਾ ਸਿੰਘ ਜੀ ਖੁਰਾ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਜੀਵਨ ਦਾ ਕੁਝ ਹਿੱਸਾ ਪੁਸਤਕ ਰੂਪ ਵਿੱਚ ਲਿਖਿਆ। ਉਹਨੂੰ ਪੜ੍ਹਨ ਤੋਂ ਬਾਅਦ ਜਦੋਂ ਉਹ ਪੜ੍ਹਦੇ ਸਨ, ਅਨੇਕਾਂ ਵੀਰ ਮਿਲੇ, ਮੇਰਾ ਆਪਣਾ ਵੀ ਤਜਰਬਾ, ਉਹ ਕਿਤਾਬ ਪੜ੍ਹੀ ਨਹੀਂ ਸੀ ਜਾਂਦੀ। ਉਦੋਂ ਥੋੜ੍ਹੇ ਜਿਹੇ ਪੰਨੇ ਪੜ੍ਹਨਾ ਆਪ ਮੁਖਾਰੇ ਅੰਦਰੋਂ ਬੈਰਾਗ ਉੱਠਦਾ ਹੈ, ਸੁਰਤੀ ਖਿੱਚੀ ਜਾਂਦੀ ਸਾਈਂ ਵੱਲ, ਅਤੇ ਬੰਦਾ ਬੈਠਾ ਹੀ ਰਹਿੰਦਾ ਅਤੇ ਰੋਈ ਜਾਂਦਾ ਹੈ। ਉਹ ਰੋਣਾ ਉਹਦੇ ਪਿਆਰਾਂ ਦਾ। ਮੇਰੇ ਕਹਿਣ ਤੋਂ ਮੁਰਾਦ, ਜਦੋਂ ਆਪਾਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਰਾਹ ਦੱਸ ਰਹੇ ਨੇ, ਜਦੋਂ ਇਸ ਰਾਹ 'ਤੇ ਤੁਰਨਾ ਹੈ ਅਤੇ ਇਸ ਰਾਹ 'ਤੇ ਤੁਰਨਾ ਇੱਕ ਅਤੇ ਦੂਸਰਾ ਹਮੇਸ਼ਾ ਉਹਨਾਂ ਨੂੰ ਚੇਤਾ ਰੱਖੋ ਜਿਹੜੇ ਭਵਸਾਗਰ ਤੋਂ ਪਾਰ ਹੋ ਗਏ, ਜਿਹੜੇ ਪਾਰ ਲੰਘ ਗਏ। ਡੋਲਿਆਂ ਦੀ ਗੱਲ ਨਾ ਕਰੋ, ਅਡੋਲ ਨੂੰ ਵੇਖੋ। ਅੱਜ ਵੀ ਮੇਰੇ ਗੁਰੂ ਦਾਤਾ ਜੀ ਨੇ ਮਿਹਰ ਕੀਤੀ ਏ। ਗਨਕਾ ਕੌਣ ਏ? ਇੱਕ ਬੱਚੀ ਏ ਜਿਹਨੂੰ ਸਮਾਂ ਪਾ ਕੇ ਭੈੜੀ ਸੰਗਤ ਮਿਲ ਗਈ। ਭੈੜੀ ਸੰਗਤ ਵਿੱਚ ਉਹ ਵੇਸਵਾ ਗਾਮੀ ਖੋ ਗਈ। ਸਮਾਂ ਲੰਘਦਾ ਗਿਆ, ਇੱਕ ਮਹਾਤਮਾ ਨੂੰ ਤਰਸ ਆਇਆ, ਜੀ ਵੀ ਇਹ ਨਾ ਭੁੱਲਣ ਖਾਰੇ। ਉਹ ਵੀ ਉਸ ਗਨਕਾ ਦੇ ਦੁਆਰੇ ਪਹੁੰਚਦਾ ਹੈ। ਲੋਕਾਂ ਨੇ ਬੜਾ ਕੁਛ ਕਿਹਾ, ਸਾਧੂ ਕਿੱਧਰ ਜਾ ਰਿਹਾ ਏ? ਉਹਨਾਂ ਸੋਚਿਆ ਵੀ ਡੋਲ ਗਿਆ ਹੋਏਗਾ ਤਾਂ ਹੀ ਜਾ ਰਿਹਾ ਹੈ।
ਉਹਨੇ ਕਿਸੇ ਦੀ ਨਹੀਂ ਸੁਣੀ। ਜੇ ਸਾਧੂ ਦੁਨੀਆ ਦੀ ਸੁਣੇਗਾ, ਸਾਧੂ ਕਦੇ ਜਗਤ ਦਾ ਭਲਾ ਕਰ ਹੀ ਨਹੀਂ ਸਕਦਾ। ਸਾਧੂ ਸੁਣਦਾ ਨਹੀਂ ਦੁਨੀਆ ਦੀ, ਉਹ ਕੇਵਲ ਰੱਬ ਦੀ ਸੁਣਦਾ ਹੈ। ਭਗਤ ਨਾਮਦੇਵ ਜੀ ਨੂੰ ਦੁਨੀਆ ਨੇ ਕਿਹਾ ਸੀ, ਕੋਈ ਗੱਲ ਨਹੀਂ, ਇਹ ਜੇ ਵਕਤ ਦੀ ਹਕੂਮਤ ਕਹਿੰਦੀ ਅੱਲਾ ਕਹਿ ਦੇ ਤੇ ਤੂੰ ਕਹਿ ਦੇ ਅੱਲਾ, ਵੈਸੇ ਵੀ ਤੇ ਤੁਸੀਂ ਸਭਨਾਂ 'ਚ ਅੱਲਾ ਨੂੰ ਵੇਖਦੇ ਹੋ। ਕਹਿੰਦੇ ਹੁਣ ਡਰਾ ਕੇ ਨਹੀਂ। ਕਹਿੰਦੇ ਇੰਨੀ ਤਾਕਤ ਤੇ ਮਰੀ ਗਾਂ ਜਿਉਂਦੀ ਕਰਦੇ ਹੋ। ਕਹਿੰਦੇ ਹੁਣ ਨਹੀਂ, ਦੁਨੀਆ ਦੀ ਨਹੀਂ ਸੁਣਾਂਗਾ, ਜਿਹੜਾ ਅੰਦਰ ਬੈਠਾ ਨਿਰੰਕਾਰ ਜ਼ਿਕਰ ਉਹ ਕਵੇਗਾ ਤੇ ਇੱਕ ਛਿਨ ਲਾਵਾਂਗਾ। ਉਹ ਕਹਿ ਰਿਹਾ ਨਹੀਂ, ਬਿਲਕੁਲ ਨਹੀਂ। ਹਮੇਸ਼ਾ ਸਾਧੂ ਗੁਰਮੁਖ ਭਗਤ ਜਨ ਦੁਨੀਆ ਦੀ ਨਹੀਂ ਸੁਣਦੇ, ਕਿਉਂਕਿ ਦੁਨੀਆ ਅਣਜਾਣ ਹੈ। ਉਹਨਾਂ ਨੂੰ ਕੀ ਪਤਾ ਹੈ, ਤੇ ਭੀੜ ਵੇਖਦੇ ਨੇ, ਜਿੱਧਰ ਭੀੜ ਖੋਜੇ ਜਾਦੀ ਉਧਰ ਹੀ ਉਹ ਕਹਿੰਦੇ ਕੰਮ ਠੀਕ ਹੈ। ਰਾਜਨੀਤੀ ਵਿੱਚ ਤੇ ਚੱਲਦਾ, ਜਿੱਧਰ ਭੀੜ ਹੋਵੇ, ਵੋਟਾਂ ਵਧੀਆਂ ਉਹ ਜਿੱਤ ਗਿਆ। ਪਰ ਰੱਬ ਦੀ ਦੁਨੀਆ ਵਿੱਚ ਨਹੀਂ ਐਸਾ ਹੁੰਦਾ। ਧਰਮ ਦੀ ਦੁਨੀਆ ਵਿੱਚ ਵੇਖਣਾ ਵੀ ਅੰਦਰੋਂ ਕੇਵਲ ਇੱਕ ਰੱਬ ਸਤਿਗੁਰੂ ਨਾਲ ਹੈ ਕਿ ਨਹੀਂ। ਜੇ ਉਹ ਨਾਲ ਹੈ ਫਿਰ ਸਭੋ ਕੁਝ ਭਲਾ। ਜਿਸ ਗੱਲ ਤੋਂ ਉਹ ਸਾਡੇ ਤੋਂ ਪਰਾਂ ਹੋਵੇ, ਉਹ ਨਹੀਂ ਕਦੇ ਵੀ ਕਰਨ ਦੀ ਇਜਾਜ਼ਤ ਹੀ ਨਹੀਂ। ਸੋਝੀ ਵਾਲਾ ਕਦੇ ਕਰੇਗਾ ਹੀ ਨਹੀਂ। ਜਦੋਂ ਹੀ ਜਪਜੀ ਸਾਹਿਬ, ਰਹਿਰਾਸ, ਸੋਹਿਲਾ ਸਾਹਿਬ ਤੋਂ ਬਾਅਦ ਸ੍ਰੀ ਰਾਗ ਸ਼ੁਰੂ ਹੁੰਦਾ ਹੈ, ਪਹਿਲਾ ਸ਼ਬਦ ਹੀ ਸਤਿਗੁਰਾਂ ਨੇ ਮਿਹਰ ਕਰਕੇ ਇੱਥੋਂ ਸ਼ੁਰੂ ਕਰਾਇਆ ਵੀ ਦੁਨੀਆ ਵਿੱਚ ਤੁਹਾਡੇ ਸਾਹਮਣੇ ਬੜੇ ਵੱਡੀ ਅਮੀਰੀ ਦੇ ਦਿਨ ਵੀ ਆਉਣੇ ਨੇ, ਤੁਹਾਨੂੰ ਰਾਜ ਭਾਗ ਵੀ ਮਿਲਣੇ ਨੇ, ਮਨ ਨੇ ਵਿਸ਼ੇ ਵਿਕਾਰਾਂ ਦੀ ਦੁਨੀਆ ਵੀ ਦਿਖਾਣੀ ਏ, ਤੁਸੀਂ ਕਮਾਈ ਕਰੋਗੇ, ਰਿਧੀਆਂ ਸਿੱਧੀਆਂ ਵਾਲੇ ਵੀ ਮਿਲਣੇ ਨੇ, ਤੁਹਾਡੇ ਕੋਲ ਆਉਣਗੀਆਂ। ਪਰ ਇਹਨਾਂ ਨੂੰ ਵੇਖ ਕੇ ਕਿਧਰੇ ਰੱਬ ਤੋਂ ਪਰਾਂ ਨਾ ਹੋ ਜਾਇਆ ਜੇ, ਉਹਦੀ ਸੁਣਿਆ ਜੇ, ਉਹਦੇ ਲਈ ਅਰਦਾਸ ਕਰਿਆ ਜੇ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੇ ਨਾਉ। ਭਈ ਉਹਦੀ ਸੁਣੀਏ। ਸਾਧੂ ਨੇ ਕਿਸੇ ਦੀ ਨਹੀਂ ਸੁਣੀ। ਗਨਕਾ ਦਾ ਦਰਵਾਜ਼ਾ ਖੜਕਾਉਂਦੇ ਨੇ, ਜਦੋਂ ਖੜਕਾਇਆ ਦਰਵਾਜ਼ਾ ਉਹਨੇ ਖੋਲ੍ਹਿਆ, ਕੰਬ ਗਈ। ਮੈਂ ਪਾਪਨ ਦੇ ਦੁਆਰੇ ਇੱਕ ਮਹਾਤਮਾ ਵੀ ਅੱਜ ਆ ਗਏ। ਮੈਂ ਤਾਂ ਬਰਬਾਦ ਖੋਈਆਂ, ਅੱਜ ਮਹਾਤਮਾ ਵੀ ਆਪਣੀ ਕਮਾਈ ਨੂੰ ਰੋੜਨ ਆ ਗਿਆ ਹੈ। ਕਹਿਣ ਲੱਗੀ, ਮਹਾਤਮਾ ਜੀ ਇਹ ਦਰ ਤੁਹਾਡੇ ਖਲੋਣ ਵਾਲਾ ਨਹੀਂ। ਕਹਿਣ ਲੱਗੇ, ਮੈਂ ਸਮਝਦਾ ਖਾਂ ਨਹੀਂ ਸੀ, ਪਰ ਕਿਉਂ ਨਹੀਂ, ਇਹ ਮਹਾਤਮਾ ਲਈ ਦਰ ਕਿਉਂ ਬੰਦ ਖੋਇਆ? ਅੱਜ ਉਹ ਕੁਝ ਤੈਨੂੰ ਬੱਚੀਏ ਸਿਖਾਵਾਂਗਾ, ਜਿਹਦੇ ਨਾਲ ਇਸ ਦਰ 'ਤੇ ਮਹਾਤਮਾ ਵੀ ਆ ਕੇ ਖਲੋਣ, ਦੁਨੀਆ ਵੀ ਖਲੋਵੇ, ਪਰ ਕਿਸੇ ਹੋਰ ਕਾਰਜ ਲਈ। ਕਹਿਣ ਲੱਗੇ, ਉਹਦਾ ਅੰਦਰ ਠਰਿਆ ਸਾਧੂ ਦਾ ਬਚਨ ਸੁਣ ਕੇ ਕਹਿੰਦੇ, ਬੱਚੀਏ ਜੇ ਮੈਂ ਇੱਕ ਗੱਲ ਕਹਾਂ ਤੇ ਮੰਨ ਲੈਂਗੇ? ਜਦੋਂ ਸਾਧੂ ਦੀ ਜ਼ੁਬਾਨ ਤੋਂ ਬੱਚੀ ਸ਼ਬਦ ਨਿਕਲਦਾ ਹੈ, ਉਹਦਾ ਰੋਮ ਰੋਮ ਠਰ ਗਿਆ, ਰੋਈ। ਅਜੇ ਵੀ ਮੈਨੂੰ ਕੋਈ ਧੀ ਕਹਿਣ ਵਾਲਾ, ਬੱਚੀ ਕਹਿਣ ਵਾਲਾ ਦੁਨੀਆ 'ਚ ਹੈ ਨਹੀਂ, ਤੇ ਦੁਨੀਆ ਦੇ ਅੰਦਰ ਵਿਕਾਰ ਭੋਗਦੀ ਤੇ ਹਰ ਕੋਈ ਮਾੜਾ ਕਹਿ ਕੇ ਪਰਾਂ ਖੋ ਜਾਂਦਾ ਹੈ। ਅੱਜ ਕਿਸੇ ਨੇ ਮੈਨੂੰ ਬੱਚੀ ਕਿਹਾ ਹੈ। ਕਹਿਣ ਲੱਗੀ, ਮਹਾਤਮਾ ਜੋ ਕਹੋਗੇ ਮੈਂ ਕਰਾਂਗੀ ਜ਼ਰੂਰ, ਭਾਵੇਂ ਤੁਹਾਨੂੰ ਮੇਰੇ ਲਈ ਕਿੰਨਾ ਕਸ਼ਟ ਚੱਲਣਾ ਪੈ ਰਿਹਾ, ਦੁਨੀਆ ਦੀ ਗੱਲਾਂ ਸੁਣਨੀਆਂ ਪੈਣਗੀਆਂ ਬਹੁਤ। ਕਹਿਣ ਲੱਗੇ, ਉਹਦੀ ਪਰਵਾਹ ਨਹੀਂ ਹੈ, ਪਰਵਾਹ ਕੇਵਲ ਇੱਕ ਸਾਈਂ ਦੀ, ਉਹ ਛੱਡੋ, ਆਪਣਾ ਕਾਰਜ ਕਰੀਏ। ਜੇ ਦੁਨੀਆ ਨੂੰ ਜਵਾਬ ਦੇਣ ਲੱਗ ਜਾਣ ਸਾਧੂ ਭਗਤ ਜਾਣ, ਉਹ ਫਿਰ ਜਵਾਬ ਦੇਣ ਜੋ ਕਿ ਰਹਿਣਗੇ, ਆਪਣਾ ਕੰਮ ਨਹੀਂ ਕਰਨਗੇ। ਸਿਆਣਾ ਆਦਮੀ, ਕੋਈ ਵਿਦਵਾਨ, ਕੋਈ ਮਹਾਤਮਾ, ਕੋਈ ਭਗਤ, ਗੁਰੂ ਕਾ ਪਿਆਰਾ ਕੋਈ ਵੀ, ਉਹ ਸਵਾਲ ਜਵਾਬ 'ਚ ਘੱਟ ਪੈਂਦਾ ਹੈ। ਉਹ ਜਿਹੜਾ ਕਾਜ ਲੈ ਕੇ ਤੁਰਿਆ ਹੁੰਦਾ, ਉਹਦੇ ਤੋਂ ਵੱਧ ਸਮਾਂ ਲਾਉਂਦਾ ਵੀ ਮੇਰਾ ਕਾਰਜ ਪੂਰਾ ਹੋ ਜਾਵੇ। ਤਾਂ ਉਹਨੇ ਵੀ ਐਸਾ ਹੀ ਕੀਤਾ ਸੀ। ਗਨਕਾਂ ਨੂੰ ਉਹਨਾਂ ਨੇ ਰੱਬੀ ਉਪਦੇਸ਼ ਸਮਝਾਇਆ, ਜ਼ਿੰਦਗੀ ਦਾ ਰਾਜ ਸਮਝਾ ਕੇ ਉਹਨਾਂ ਨੇ ਇੱਕ ਤੋਤਾ ਦਿੱਤਾ। ਕਹਿਣ ਲੱਗੀ, ਇਸ ਤੋਤੇ ਨੂੰ ਰੋਜ਼ ਹੀ ਨਾ ਰਾਮ ਨਾਮ ਪੜ੍ਹਾਇਆ ਕਰ। ਕਹਿਣ ਲੱਗੀ, ਠੀਕ ਆ। ਮਹਾਤਮਾ ਚਲੇ ਗਏ। ਇਹਦੇ 'ਚ ਦੋ ਗੱਲਾਂ ਹੁੰਦੀਆਂ, ਜਦੋਂ ਕੋਈ ਪੂਰਾ ਬਖਸ਼ਿਆ ਬਚਨ ਦਿੰਦਾ ਹੈ ਨਾ, ਉਹਦੇ ਨਾਲ ਉਹ ਤਾਕਤ ਵੀ ਦਿੰਦਾ ਹੈ ਆਪਣੇ ਵੱਲੋਂ। ਇੱਕ ਤੇ ਆਮ ਬੰਦਾ ਕਿਸੇ ਨੂੰ ਕੁਝ ਕਵੇ, ਤੂੰ ਬੰਦਾ ਬਣ ਜਾ, ਚੰਗੇ ਰਾਹ 'ਤੇ ਤੁਰ, ਉਹ ਵੀ ਭਲਾ ਹੈ, ਉਹਦਾ ਵੀ ਅਸਰ ਹੈ। ਪਰ ਉਹ ਕੇਵਲ ਬੋਲ ਨੇ, ਉਹਨਾਂ ਬੋਲਾਂ 'ਚ ਪਿਆਰ ਹੋਏਗਾ, ਹਮਦਰਦੀ ਹੋ ਸਕਦੀ ਹੈ। ਪਰ ਜਦੋਂ ਕੋਈ ਕਮਾਈ ਵਾਲਾ ਕੋਈ ਬਚਨ ਦੇਵੇ, ਉਹਦੇ ਮਗਰ ਉਹਦੀ ਕਮਾਈ ਆਪ ਖਲੋਂਦੀ ਹੈ। ਚਲੇ ਗਏ।
ਸਾਧੂ ਤੇ ਚਲਾ ਗਿਆ ਇਸ ਬੱਚੀ ਨੇ, ਗਨਕਾ ਨੇ, ਪਾਪਨ ਨੇ, ਵੇਸਵਾ ਨੇ, ਤੋਤੇ ਨੂੰ ਰਾਮ ਨਾਮ ਪੜਾਇਆ। ਇਹੋ ਜਿਹਾ ਨਾਮ ਚੋਂ ਰਸ ਆਇਆ, ਉਹ ਪਾਪ ਕਰਨੇ ਭੁੱਲ ਗਏ, ਪਾਪਾਂ ਦਾ ਦਰਵਾਜ਼ਾ ਬੰਦ ਹੋ ਗਿਆ। ਹੁਣ ਦਿਨੇ ਰਾਤ ਬੰਦਗੀ ਕਰਦੀ ਏ। ਜਿਹੜੀ ਗਨਕਾ ਨੇ ਨਰਕ ਪਿਆਰ ਉਹ ਦੋਜ਼ਖ ਵਿੱਚ ਜਾਣਾ ਸੀ, ਉਹ ਬੈਕੁੰਠ ਧਾਮ ਨੂੰ ਪਹੁੰਚ ਗਈ। ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਉਹਦਾ ਬਚਨ ਉਦਾਹਰਨ ਦਿੰਦੇ ਨੇ, ਜਿਹੜੇ ਰੱਬ ਦਾ ਨਾਮ ਉਸ ਨੇ ਆਪਣੇ ਹਿਰਦੇ 'ਚ ਲਿਖਿਆ ਸੀ, ਮਨਾ ਤੂੰ ਵੀ ਲਿਖ, ਤੂੰ ਨਿਰਾਸ਼ ਨਾ ਹੋ, ਤੇਰੇ ਕੋਲ ਪਾਪ ਹੋ ਗਏ ਜਿੰਨੇ ਮਰਜੀ। ਹੁਣ ਪਾਪਾਂ ਨੂੰ ਚੇਤਾ ਕਰਨ ਦੀ ਲੋੜ ਨਹੀਂ, ਵਾਹਿਗੁਰੂ ਨੂੰ ਚੇਤਾ ਕਰਨ ਦੀ ਲੋੜ ਏ। ਉਹ ਬਖਸ਼ੀ ਗਈ, ਤੂੰ ਵੀ ਬਖਸ਼ਿਆ ਜਾਏਗਾ। ਅਗਲਾ ਬਚਨ ਹੈ, ਅਟਲ ਪਇਓ ਧਰੂ ਜਾਕੈ ਸਿਮਰਨ ਹਰ ਨਿਰਭੈ ਪਦ ਪਾਇਆ। ਧਰੂ ਭਗਤ ਦੀ ਸਾਖੀ ਆਪਾਂ ਬਹੁਤ ਵਾਰ ਸੁਣੀਏ, ਪਰ ਸੰਖੇਪ ਮਾਤਰ। ਧਰੂ ਜਦੋਂ ਇੱਕ ਰਾਜੇ ਦਾ ਪੁੱਤਰ ਹੈ, ਇਸ ਦੀ ਮਾਂ ਜੋ ਹੈ ਬਹੁਤ ਨਿਰੰਕਾਰ ਦੀ ਭੈ ਭਾਵਨੀ ਵਾਲੀ ਏ। ਇੱਕ ਦਿਨ ਆਪਣੀ ਬਾਪ ਦੀ ਗੋਦ 'ਚ ਬੈਠਾ, ਮਤਰੇਈ ਮਾਂ ਨੂੰ ਚੰਗਾ ਨਹੀਂ ਲੱਗਾ। ਉਹਨੇ ਮਿਹਣਾ ਮਾਰ ਕੇ ਬਾਹੋਂ ਪਕੜ ਕੇ ਨੂੰ ਉੱਥੋਂ ਉਠਾਇਆ। ਕਹਿਣ ਲੱਗੇ, ਜੇ ਇਸ ਰਾਜੇ ਦੀ ਗੋਦ ਵਿੱਚ ਬਹਿਣਾ ਸੀ ਬਾਪ ਦੇ, ਮੇਰੀ ਕੁੱਖ ਤੋਂ ਜਨਮ ਲੈਂਦਾ, ਖਬਰਦਾਰ ਜੇ ਹੁਣ ਤੂੰ ਬੈਠਾ ਤੇ। ਉਹ ਚਾਹੁੰਦੀ ਕੋਈ ਮੇਰੀ ਕੁੱਖੋਂ ਜਨਮਿਆ ਹੋਵੇ, ਉਹ ਇਸ ਬਾਪ ਦੀ ਗੋਦ ਵਿੱਚ ਬੈਠੇ। ਬੱਚੀ ਵਿਚਾਰੇ ਨੂੰ ਕੀ ਪਤਾ ਜੀ, ਛੋਟਾ ਹੈ 4-5 ਸਾਲ ਦਾ ਬੱਚਾ, ਬਹੁਤ ਨਿਰਾਸ਼, ਬਾਪ ਦੀ ਗੋਦ ਵਿੱਚੋਂ ਉਠਾਇਆ ਜਾ ਰਿਹਾ। ਆਪਣੀ ਮਾਂ ਕੋਲ ਆ ਕੇ ਪੁੱਛਦਾ, ਮਾਂ ਕੀ ਕਾਰਨ? ਤੂੰ ਮੇਰੀ ਮਾਂ ਨਹੀਂ? ਮਾਂ ਹਾਂ। ਤੂੰ ਰਾਣੀ ਨਹੀਂ? ਉਹਨੇ ਬੜਾ ਹੀ ਪਿਆਰਾ ਜਵਾਬ ਦਿੱਤਾ। ਉਹਨੂੰ ਪਤਾ ਸੀ ਕਹਾਣੀ ਦਾ ਕੀ ਹੋ ਰਿਹਾ ਹੈ, ਕਿਵੇਂ ਦਵੈਸ਼ ਵਿੱਚੋਂ ਕਰਮ ਹੋ ਰਿਹਾ ਹੈ। ਉਹ ਕਹਿਣ ਲੱਗੀ, ਹਾਂ ਤਾਂ ਰਾਣੀ, ਪਰ ਮੈਂ ਨਾਮ ਨਹੀਂ ਜਪਿਆ, ਇਸ ਕਰਕੇ ਤੈਨੂੰ ਧੱਕੇ ਪੈ ਰਹੇ ਹਨ ਤੇ ਮੇਰਾ ਨਿਰਾਦਰ ਹੋ ਰਿਹਾ ਹੈ। ਧਰੂ ਨੇ ਇੱਕਦਮ ਉਹ ਗੱਲ ਸੁਣ ਲਈ। ਮਾਂ ਨੇ ਖੁਰੇ ਕਿਹੜੇ ਦਿਲ 'ਚੋਂ ਕਹੀ ਹੋਏਗੀ। ਪਿਆਰਿਓ, ਉਹ ਕਹਿਣ ਲੱਗਾ, ਮਾਂ ਜੇ ਉਹ ਪਰਮੇਸ਼ਰ ਦਾ ਸਿਮਰਨ ਕਰੀਏ, ਫਿਰ ਬਾਪ ਦੀ ਗੋਦ 'ਚ ਧੱਕੇ ਨਹੀਂ ਪੈਂਦੇ? ਕਹਿੰਦੇ ਨਹੀਂ ਪੈਂਦੇ। ਜੇਕਰ ਉਹਦਾ ਸਿਮਰਨ ਕਰੀਏ, ਫਿਰ ਤੇਰਾ ਨਿਰਾਦਰ ਨਹੀਂ ਹੋਏਗਾ? ਨਹੀਂ ਹੋਏਗਾ। ਫਿਰ ਮਾਂ ਆਪਾਂ ਨਾਮ ਹੀ ਜਪਦੇ ਹਾਂ। ਮੈਨੂੰ ਦੱਸ ਕਿਵੇਂ? ਉਹਨੇ ਦੱਸਿਆ ਸੀ ਕਿਵੇਂ ਕਿਵੇਂ ਉਸ ਵਕਤ ਦੇ ਰਿਵਾਜ ਮੁਤਾਬਕ ਜਪਦੇ, ਇਕਾਂਤ 'ਚ ਬਹਿਣਾ। ਇੰਨਾ ਵਿਸ਼ਵਾਸ ਲੈ ਕੇ ਛੋਟਾ ਜਿਹਾ ਬੱਚਾ ਜੰਗਲ ਨੂੰ ਤੁਰ ਪਿਆ ਹੈ ਭਗਤੀ ਕਰਨ ਵਾਸਤੇ। ਜਦੋਂ ਉਹਨੇ ਕੁਝ ਕਦਮ ਹੀ ਰੱਖੇ ਨੇ, ਗੁਰੂ ਕੇ ਪਿਆਰਿਓ, ਰੱਬ ਨੇ ਵਿਧ ਬਣਾਈ, ਨਾਰਦ ਮੁਨ ਉਪਦੇਸ਼ਿਆ, ਉਹਨੇ ਉਪਦੇਸ਼ ਦੇ ਕੇ ਤੋਰਿਆ ਹੀ ਏ। ਅਜੇ ਕੁਝ ਸਮਾਂ ਹੀ ਇਸ ਨੇ ਇਸ ਰਾਹ 'ਤੇ ਕਦਮ ਪੁੱਟੇ ਸਨ ਤੇ ਮਗਰ ਰਾਜਾ ਵੀ ਆ ਗਿਆ ਵੀ ਵਾਪਸ ਆ ਜਾ, ਰਾਜ ਭਾਗ ਵੀ ਦੇਣੇ ਆ। ਕਦੇ ਉਹ ਬਾਪ ਗੋਦ ਵਿੱਚ ਨਹੀਂ ਸੀ ਬਿਠਾਉਂਦਾ, ਹੁਣ ਰਾਜ ਗੱਦੀ ਤੇ ਤਖਤ ਤੇ ਬਿਠਾਉਣ ਨੂੰ ਤਿਆਰ ਏ। ਪਰ ਧਰੂ ਕਿਤਨਾ ਸਿਆਣਾ, ਕਹਿਣ ਲੱਗਾ, ਅਜੇ ਤਾਂ ਕੇਵਲ ਨਾਮ ਜਪਣਾ ਸ਼ੁਰੂ ਕੀਤਾ, ਰਾਜ ਭਾਗ ਪਿੱਛੇ ਆ ਗਿਆ। ਜਪ ਲਾਂਗੇ ਤੇ ਫਿਰ ਖੁਰੇ ਕੀ ਮਿਲੇਗਾ। ਹੁਣ ਜਿਹਦੀ ਨਾਮ 'ਚ ਇੰਨੀ ਤਾਕਤ ਹੈ, ਉਸ ਦੇ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ, ਆਪਣਾ ਵਿਸ਼ਵਾਸ ਧਰੂ ਵਰਗਾ ਬਣਾਓ। ਉਹਨੇ ਨਿਰਭੈ ਹੋ ਕੇ ਪਦਵੀ ਪਾਈ। ਤੁਸੀਂ ਐਵੇਂ ਦੁਨੀਆ ਜੇ ਛੱਡ ਜਾਏ, ਹੁਣ ਮਾਂ ਵੀ ਵਿਚਾਰੀ ਕੋਲ ਤਾਕਤ ਨਹੀਂ, ਪਿਓ ਨੇ ਧੱਕਾ ਮਾਰ ਦਿੱਤਾ ਏ, ਕਿੱਧਰ ਜਾਂਦਾ? ਦੁਨੀਆ 'ਚ ਕੋਈ ਬਾਂਹ ਪਕੜਨ ਵਾਲਾ ਨਹੀਂ, ਰੱਬ ਨੇ ਪਕੜੀ। ਜਦੋਂ ਕੋਈ ਨਾ ਸਹਾਰਾ ਤੁਹਾਨੂੰ ਜਾਪੇ ਵੀ ਪਰਿਵਾਰ 'ਚੋਂ ਜਾਂ ਦੁਨੀਆ 'ਚੋਂ, ਸਾਹਿਬ ਅੱਜ ਕਹਿੰਦੇ ਨਿਰੰਕਾਰ ਉਦੋਂ ਵੀ ਤੁਹਾਡੀ ਬਾਂਹ ਪਕੜਨ ਨੂੰ ਹਾਜ਼ਰ ਖੜਾ ਏ। ਉਧਰ ਤੁਰੋ, ਉਹ ਹਰ ਪ੍ਰਕਾਰ ਦੇ ਦੁੱਖ ਹਰਦਾ ਏ। ਉਹਦੇ ਹਾਰੇ ਸੀ ਕਿ ਕੀਤੇ ਸੀ ਦੂਰ ਤੇ ਤੁਹਾਡੇ ਕਿਉਂ ਨਹੀਂ ਕਰੇਗਾ। ਕਹਿੰਦੇ ਦੇਖੋ ਹਾਥੀ ਏ, ਉਹ ਕਿਤਨਾ ਵੱਡਾ ਜਾਨਵਰ ਹੈ, ਤੰਦੂਏ ਨੇ ਪਕੜ ਲਿਆ, ਛੁੱਟ ਨਹੀਂ ਸਕਦਾ। ਰੱਬ ਕੋਲ ਪੁਕਾਰ ਕੀਤੀ ਤਾਂ ਉਹਨੂੰ ਤੰਦੂਏ ਤੋਂ ਛੁਡਾ ਲਿਆ। ਕਹਿੰਦੇ ਇੰਨੀ ਮਹਿਮਾ ਜਿਸ ਨਾਮ ਦੀ, ਭਈ ਉਹਦਾ ਨਾਮ ਲਿਆ ਬੰਧਨ ਟੁੱਟਦੇ ਨੇ। ਸਾਨੂੰ ਜਿੰਨੇ ਮਰਜ਼ੀ ਬੰਧਨ ਪੈ ਹੋਣ, ਮਾਨੀ ਹੈ ਨਾ ਜਿਹੜਾ ਕਹਿੰਦਾ ਹੈ, ਬੜੇ ਬੰਧਨ ਨੇ, ਨਿਕਲਣਾ ਬਹੁਤ ਔਖਾ ਹੈ ਦੁਨੀਆ 'ਚੋਂ। ਪਰਿਵਾਰਾਂ ਦੇ, ਰਿਸ਼ਤੇਦਾਰਾਂ ਦੇ, ਪੈਸੇ ਦੇ, ਖੁਰੇ ਕਿੰਨੇ ਕਿੰਨੇ ਲੈਣ ਦੇਣ ਦੇ। ਕਹਿੰਦੇ ਤੂੰ ਬੰਧਨਾਂ ਨੂੰ ਨਾ ਵੇਖ, ਹਾਥੀ ਦੀ ਤਰ੍ਹਾਂ ਨਿਰੰਕਾਰ ਦੇ ਨਾਮ ਵੱਲ ਵੇਖ। ਇੱਧਰ ਸਮਾਂ ਲਾ, ਪਤਾ ਲੱਗਣਾ ਕਦੋਂ ਹੌਲੀ ਹੌਲੀ ਇਹ ਬੰਧਨ ਟੁੱਟ ਜਾਣੇ ਨੇ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ।
ਜਿਵੇਂ ਅਜਾਮਲ ਪਾਪੀ ਤਰ ਗਿਆ, ਪਹਿਲਾਂ ਦਾ ਜੀਵਨ ਮਾੜਾ ਸੀ, ਸਾਧੂ ਆਇਆ, ਇਹਦੇ ਪੁੱਤਰ ਦਾ ਨਾਂ ਨਰਾਇਣ ਰੱਖ ਕੇ ਇਹਨੂੰ ਨਰਾਇਣ ਦਾ ਜਾਪ ਦੱਸ ਗਿਆ। ਜਪਦਿਆਂ ਜਪਦਿਆਂ ਇਹ ਵੀ ਭਵਸਾਗਰ ਤੋਂ ਪਾਰ। ਕਹਿੰਦੇ ਜੇ ਅਜਾਮਲ ਤਰ ਗਿਆ, ਗਨਕਾ ਤਰ ਗਈ, ਤੂੰ ਕਿਉਂ ਨਹੀਂ ਤਰੇਂਗਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰੈ ਭਾਰਾ। ਦੇਖ ਉਹ ਚਿੰਤਾ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਚੇਤਾ ਕਰ, ਤੂੰ ਕਿਉਂ ਨਹੀਂ ਪਾਰ ਹੋਏਗਾ, ਤੂੰ ਅਵਸ਼ ਪਾਰ ਹੋਏਗਾ। ਤੋ ਆਓ ਗੁਰੂ ਕੇ ਪਿਆਰਿਓ, ਅੱਜ ਦੇ ਪਵਿੱਤਰ ਸ਼ਬਦ ਦੇ ਰਾਹੀਂ ਸਾਨੂੰ ਇਹ ਕਿੰਨਾ ਸਾਫ਼ ਸਪਸ਼ਟ ਹੁਕਮ ਮਿਲ ਰਿਹਾ ਏ, ਕਦੇ ਵੀ ਦੁਨੀਆ ਦੀ ਆਸ ਨਾ ਰੱਖੀਏ। ਦੁਨੀਆ ਤੋਂ ਗੁਰੂ ਕੇ ਪਿਆਰਿਓ ਵੇਖ ਕੇ ਜ਼ਿੰਦਗੀ ਤੋਂ ਨਿਰਾਸ਼ ਨਾ ਹੋਈਏ। ਜਿੱਥੇ ਵੀ ਖੜੇ ਆ ਮਾੜੀ ਜਗ੍ਹਾ 'ਤੇ, ਗਰੀਬੀ ਵਿੱਚ, ਪਾਪਾਂ ਵਿੱਚ, ਉੱਥੋਂ ਹੀ ਨਿਰੰਕਾਰ ਨੂੰ ਪੁਕਾਰੀਏ। ਉਹ ਬਾਂਹ ਪਕੜ ਕੇ ਬੇੜੇ ਪਾਰ ਕਰੇਗਾ। ਪਰ ਕਦੇ ਵੀ ਆਪਣੇ ਲਈ ਜਾਂ ਆਪਣੇ ਬਾਗ ਪਰਿਵਾਰ ਲਈ ਉਹ ਉਦਾਹਰਨਾਂ ਨਾ ਦਿਓ। ਜਿਹੜੇ ਡੋਲ ਗਏ ਉਹਨਾਂ ਨੂੰ ਹਮੇਸ਼ਾ ਸਾਹਮਣੇ ਰੱਖੀਏ। ਜਿਹੜੇ ਤਰ ਗਏ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਨਾਂ ਨੂੰ ਰੱਖਿਆ ਇੱਕ ਨਵਾਂ ਉਤਸ਼ਾਹ, ਇੱਕ ਨਵਾਂ ਪਿਆਰ, ਨਵਾਂ ਇੱਕ ਚਾਅ ਬਣਦਾ ਇਸ ਰਾਹ 'ਤੇ ਤੁਰਨ ਦਾ। ਤੋ ਆਓ ਇਹ ਚਾਅ ਨੂੰ ਹਮੇਸ਼ਾ ਸਾਹਮਣੇ ਰੱਖੀਏ। ਵੇਖੀਏ ਵੀ ਉਹ ਕੁਛ ਜਿੱਥੋਂ ਸਤਿਗੁਰੂ ਦੇ ਨੇੜੇ ਹੋਣ ਦੇ ਬਚਨ ਮਿਲਣ। ਇਹ ਨਹੀਂ ਪਿਆ ਆਖੋ ਜੇ ਸੁਣੀਏ ਸ਼ਬਦ ਵਿਚਾਰਾਂ ਦੇ ਰਾਹੀਂ ਜਿਹਦੇ 'ਚ ਕਿਸੇ ਦੂਸਰੇ ਦੀ ਨਿੰਦਾ ਹੀ ਹੋਵੇ। ਚਾਹੀ ਕਿਹਾ ਜਾਵੇ ਗੁਰਦੁਆਰਿਆਂ 'ਚ ਕੁਝ ਨਹੀਂ ਜੇਕਰ ਇਹ ਸਾਨੂੰ ਸੁਣਾਇਆ ਜਾਵੇ ਐਵੇਂ ਪਖੰਡੀਏ, ਸਾਨੂੰ ਬਹੁਤੀ ਵਾਰੀ ਨਾ ਸੱਚ ਦੇ ਤੋਂ ਜਾਣੂ ਕਰਾਉਣ ਦੀ ਬਜਾਏ ਇਹ ਕਿਹਾ ਜਾਂਦਾ ਵੀ ਆਪਾਂ ਬਚਣਾ ਕਿਹਦੇ ਤੋਂ, ਕਰਨਾ ਕੀ ਇਹ ਨਹੀਂ ਦੱਸਦੇ। ਬਚਣਾ ਹੀ ਵੀ ਫਲਾਣੀ ਜਗ੍ਹਾ 'ਤੇ ਨਾ ਜਾਓ, ਫਲਾਣੇ ਕਰਮ ਕਾਂਡ ਨਾ ਕਰੋ। ਪਿਆਰਿਓ ਕਰਨਾ ਕੀ ਇਹ ਲੋੜ ਹੁੰਦੀ ਉਹ ਦੱਸਣ ਦੀ। ਸਤਿਕਾਰਯੋਗ ਪ੍ਰਿੰਸੀਪਲ ਬਲਜੀਤ ਸਿੰਘ ਸਾਹਿਬ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਪੜ੍ਹਾਉਂਦੇ ਸਨ, ਇੱਕ ਦਿਨ ਇੱਕ ਪਿੰਡ ਵਿੱਚ ਗਏ ਕਥਾ ਕਰਨ ਵਾਸਤੇ। ਆਨੰਦ ਕਾਰਜ ਸੀ। ਉਹਨਾਂ ਨੇ ਕਿਹਾ ਵੀ ਨਵੀਂ ਸਿੱਖਿਆ ਮਿਲੀ ਏ, ਇਸ ਨੂੰ ਆਪਣੇ ਜੇਨ 'ਚ ਵਸਾਓ। ਕੀ ਦੱਸਿਆ? ਕਹਿਣ ਲੱਗੇ ਜਦੋਂ ਅਸੀਂ ਗਏ ਤਾਂ ਉੱਥੇ ਲੈਕਚਰ ਕੀਤਾ ਵੀ ਆਨੰਦ ਕਾਰਜ ਵੇਲੇ ਕਿਵੇਂ ਕੁੰਡ ਨਹੀਂ ਕੱਢਣਾ, ਚਾਰ ਚਫੇਰੇ ਕੋਈ ਹੱਥ ਨਾ ਪਾਵੇ, ਸਿਹਰੇ ਨਹੀਂ ਲਾਣੇ, ਜੋ ਕੁਝ ਨਾਲ ਆਲੇ ਦੁਆਲੇ ਕਰਮ ਕੀਤੇ ਜਾਂਦੇ ਉਹ ਨਹੀਂ ਕਰਨਾ। ਭੋਗ ਪੈ ਗਿਆ। ਇੱਕ ਬਜ਼ੁਰਗ ਕਹਿਣ ਲੱਗਾ, ਬੇਟਾ ਕਿੰਨਾ ਚੰਗਾ ਹੁੰਦਾ ਜੇਕਰ ਇਹ ਘੰਟੇ ਦੇ ਅੰਦਰ 10-15 ਮਿੰਟ ਵਿੱਚ ਤੁਸੀਂ ਦੱਸ ਦਿੰਦੇ ਭਈ ਆਹ ਕੰਮ ਮਨਮਤ ਇਹਨੇ ਨਹੀਂ ਕਰਨੇ, 45 ਮਿੰਟਾਂ 'ਚ ਦੱਸ ਦੇ ਭਈ 4 ਲਾਵਾਂ ਵਿੱਚ ਕਿਹੜਾ ਉਪਦੇਸ਼ ਏ, ਕਰਨਾ ਕੀ ਇਹ ਬੱਚੇ ਨੇ, ਜਾਂ ਸੰਗਤ ਨੇ ਕਿਹੜੇ ਗੁਣ ਧਾਰਨ ਕਰਨੇ ਨੇ, ਉਹ ਚੇਤਾ ਰਹਿਣੇ ਸਨ। ਹੁਣ ਕੀ ਚੇਤਾ ਰਹੇਗਾ ਵੀ ਆਹ ਛੁਡਾਇਆ ਸੀ, ਪਕੜਾਇਆ ਕੁਛ ਵੀ ਨਹੀਂ। ਕਹਿਣ ਲੱਗੇ ਇਸ ਕਰਕੇ ਹਮੇਸ਼ਾ ਯਾਦ ਰੱਖੀਏ ਸ਼ੁਭ ਗੁਣਾਂ ਨੂੰ, ਉੱਚੀਆਂ ਨੂੰ, ਚੰਗੀਆਂ ਗੱਲਾਂ ਨੂੰ ਵੱਧ ਤੋਂ ਵੱਧ ਸਾਹਮਣੇ ਰੱਖੀਏ। ਮਾੜਿਆਂ ਨੂੰ ਕੇਵਲ ਉਹਨਾਂ ਕੁ ਯਾਦ ਕਰਨਾ ਤਾਂ ਕਿ ਉਹਦੇ ਤੋਂ ਬਚਿਆ ਜਾ ਸਕੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਿਹਰ ਕੀਤੀ, ਸਾਨੂੰ ਹੁਕਮ ਕੀਤਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਅੱਗੇ ਸ਼ਲੋਕਾਂ ਵਿੱਚ ਆਖਣਗੇ ਨਾ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਪੰਚਮ ਪਿਤਾ ਦਾ ਇੱਕ ਬਚਨ ਹੈ। ਸਾਹਿਬ ਕਹਿੰਦੇ ਸਤਿਗੁਰ ਆਇਓ ਸ਼ਰਨ ਤੁਹਾਰੇ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਏ ਖਮਾਰੀ। ਉਹਦੀ ਸ਼ਰਨ ਵਿੱਚ ਆਈਏ ਜਿਹੜਾ ਚਿੰਤਾ ਦੂਰ ਕਰ ਦੇਵੇ। ਸੁਣੀਏ ਉਹ ਕੁਝ, ਪੜ੍ਹੀਏ ਉਹ ਕੁਝ, ਬੈਠੀਏ ਉਹਨਾਂ ਕੋਲ ਜਿਨ੍ਹਾਂ ਕੋਲ ਬੈਠਿਆਂ ਸੁਣਿਆ ਨਾਮ ਚਿੱਤ ਆਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋਰ ਪਿਆਰੇ ਲੱਗਣ, ਨਾਮ ਜਪਣ ਨੂੰ ਹੋਰ ਜੀ ਕਰੇ, ਸੰਗਤ ਵਿੱਚ ਆਉਣ ਨੂੰ ਹੋਰ ਸ਼ਰਧਾ ਨਾਲ ਜੀ ਕਰੇ। ਅੱਜ ਇਹਨੇ ਬਚਨ ਪ੍ਰਵਾਨ ਕਰਨੇ। ਭੁੱਲ ਚੁੱਕ ਦੀ ਖਿਮਾ ਕਰ ਦਿਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।